किसान वीरों ते भैनों जय हिंद लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जाणदे ही हो कि असी ਵੱਖ-ਵੱਖ दिनां च ਵੱਖ-ਵੱਖ विषयां ते ਵੱਖ-ਵੱਖ माहरां नाल गलबात करदे ही रहने आ। मिठा सिंह जी हो बल्ले 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 चौहान साहब जी हो जय हिंद जी जय हिंद महाराज जी जय हिंद डॉक्टर साहब जय हिंद। बैठो बैठो आओ जी आओ जी आया हाँ ठीक है जी बैठो 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 वाह जी वाह डॉक्टर साहब जी आया जी स्वागत है तेरा बहुत बहुत स्वागत है जी हैं और सुनाओ बस बहुत आनंद मंगल है जी आनंद मंगल ही चाहिए हैं हाँ इंजीनियर साहब आए अपने को फिर हाँ है ना बहुत खुशी ਹੁੰਦੀ ਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਦਾਂ ਦੇ ਨੌਜਵਾਨਾਂ ਨੂੰ ਵੇਖੀਦਾ ਵੀ ਆਪਣੇ ਸੂਬੇ ਦੀ ਆਪਣੇ ਦੇਸ਼ ਦੀ ਆਪਣੇ ਕਿਸਾਨੀ ਦੀ ਸੇਵਾ ਕਰਦੇ ਹੋ। ਹਾਂਜੀ ਹਾਂਜੀ ਹੁਣ ਜਾਣ ਪਛਾਣ ਜਰਾ ਤਫਸੀਲ ਨਾਲ ਕਰਾਓ। ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਨੇ ਇੰਜੀਨੀਅਰ ਨਵਦੀਪ ਜੀ ਨਵਦੀਪ ਸਿੰਘ ਜੀ ਹਾਂਜੀ ਹਾਂਜੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆ ਨਾ ਜਿਹੜਾ ਪੰਜਾਬ ਦਾ ਹਾਂਜੀ ਉਹਦੇ ਵਿੱਚ ਜਿਹੜਾ ਜਲੰਧਰ ਦਫ਼ਤਰ ਉਹਦੇ ਚ ਆਪਣੀ ਇਹ ਸੇਵਾ ਨਿਭਾ ਰਹੇ ਆ। ਕੀ ਬਾਤ ਹੈ ਕਿਤੇ ਖੇਤੀਬਾੜੀ ਵਿਭਾਗ ਹਾਂ ਉਤੋਂ ਇੰਜੀਨੀਅਰ ਹਾਂ ਇਹਦਾ ਮਤਲਬ ਇਹ ਤਾਲੁਕ ਸਾਰਾ ਮਸ਼ੀਨਰੀ ਨਾਲ ਰੱਖ ਬਿਲਕੁਲ ਤੁਸੀਂ ਸਮਝ ਗਏ ਲੱਗਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਨਾ ਫਿਰ ਮਸ਼ੀਨਰੀ ਮੋਰੀ ਆ ਜੀ ਮਸ਼ੀਨਰੀ ਮੋਰੀ ਆ ਹਰ ਜਗ੍ਹਾ ਤੇ ਮੋਰੀ ਆ ਹਰ ਜਗ੍ਹਾ ਤੇ ਬਿਲਕੁਲ ਬਿਲਕੁਲ ਕਰਦੇ ਆ ਜੀ ਫਿਰ ਇਹਨਾਂ ਨਾਲ ਸਾਰੀ ਅੱਜ ਗੱਲਬਾਤ ਤੁਸੀਂ ਸੁਣਾਓ ਘਰੇ ਠੀਕ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਚਲੋ ਠੀਕ ਹੀ ਬੜਾ ਸਫਾਈ ਸੁਈ ਪਿੰਡ 'ਚ ਚੱਲ ਰਹੀ ਆ ਇਹ ਅੱਜ ਦੀ ਨਹੀਂ ਚੱਲ ਰਹੀ। ਅੱਛਾ ਸਾਡੇ ਵੈਸੇ ਤੇ ਅਸੀਂ ਕਰਦੇ ਰਹਿੰਦੇ ਆ ਅਸੀਂ ਨਹੀਂ ਗੰਦ ਲਾਉਣ ਦਿੰਦੇ ਮਾਹੌਲ ਅੱਛਾ ਪਰ ਕਈ ਵਾਰੀ ਸੋਚਦੇ ਆ ਜਿਵੇਂ ਪਿਛਲਾ ਮਹੀਨਾ ਪੂਰਾ ਹੀ ਅਸੀਂ ਹੈ ਨਾ ਸਫਾਈ ਸੰਬੰਧੀ ਮਨਾਇਆ ਸਫਾਈ ਅਭਿਆਨ ਦਾ ਮਹੀਨਾ ਸੀ ਬਿਲਕੁਲ ਚੱਲਿਆ ਸੀ ਉਸ ਤੋਂ ਪਿਛਲਾ ਪੋਸ਼ਣ ਦਾ ਸੀ ਹਾਂ ਹੈ ਨਾ ਇਹ ਚੀਜ਼ਾਂ ਹੁੰਦੀਆਂ ਆ ਇਸ ਕਰਕੇ ਵੀ ਅਸੀਂ ਕੀ ਕਰਦੇ ਆ ਅਸੀਂ ਆਪਣਾ ਤੇ ਧਿਆਨ ਰੱਖ ਲੈਂਦੇ ਆ ਨਵਦੀਪ ਜੀ ਬਿਲਕੁਲ ਆਪਣਾ ਤੇ ਅਸੀਂ ਵੇਖ ਲੈਨੇ ਵੀ ਲੀੜਾ ਮਾੜਾ ਜਾਂ ਗੰਦਾ ਹੋਇਆ ਨਹੀਂ ਤੇ ਲਾਤਾ ਉਹ ਤਾਂ ਹੈ ਹੀ ਕੁਦਰਤੀ ਆ ਵੀ ਹੋਰ ਪਾ ਲਓ ਹੈ ਨਾ ਪਰ ਗੱਲ ਇਹ ਆ ਵੀ ਜਿੱਥੇ ਅਸੀਂ ਆਪਣਾ ਧਿਆਨ ਰੱਖਦੇ ਆ ਆਪਣੇ ਸਰੀਰ ਦੀ ਸਫਾਈ ਦਾ ਆਪਣੇ ਕੱਪੜਿਆਂ ਦੀ ਸਫਾਈ ਦਾ ਉੱਥੇ ਆਪਣੇ ਚੌਗਿਰਦੇ ਦਾ ਵੀ ਧਿਆਨ ਰੱਖਣਾ ਵਾਤਾਵਰਣ ਦੀ ਸਾਂਭ ਵਾਤਾਵਰਣ ਦਾ ਵੀ ਧਿਆਨ ਰੱਖਣਾ ਬਿਲਕੁਲ ਜੇ ਆਪਣੀ ਸਫਾਈ ਅਸੀਂ ਪੂਰੀ ਕਰਾਂਗੇ ਵਾਤਾਵਰਣ ਗੰਦਲਾ ਕਰੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ। ਨੋ ਕਿਉਂ ਨਵਦੀਪ ਜੀ ਚਿੱਟੇ ਕੱਪੜੇ ਪਾਇਆ ਦਾ ਕੋਈ ਫਾਇਦਾ ਨਹੀਂ ਜੇ ਆਲੇ ਦੁਆਲੇ ਵਾਤਾਵਰਣ ਨਹੀਂ ਸਾਡਾ ਸਹੀ ਹੋ ਜੇ ਖਾਉਂ ਕਰੀ ਜਾਵਾਂਗੇ ਉਹਦਾ ਕੀ ਫਾਇਦਾ ਇਸ ਕਰਕੇ ਆਲੇ ਦੁਆਲੇ ਦਾ ਵਾਤਾਵਰਣ ਜਿਹੜਾ ਨਾ ਉਹ ਬੜਾ ਸ਼ੁੱਧ ਚਾਹੀਦਾ। ਹਾਂ ਬਿਲਕੁਲ ਇੱਕ ਤੇ ਸਾਫ਼ ਹੁੰਦਾ ਨਾ ਇੱਕ ਸ਼ੁੱਧ ਚਾਹੀਦਾ ਸਾਫ਼ ਤੋਂ ਵੀ ਉੱਪਰ ਤੇ ਇੱਕ ਹੋਰ ਗੱਲ ਆ ਉਹ ਕਿਹੜੀ ਆਪਣਾ ਚੌਹਾਨ ਸਾਹਿਬ ਇੱਕ ਵਾਤਾਵਰਣ ਹੋਰ ਹੁੰਦਾ। ਅੱਛਾ ਤੁਹਾਨੂੰ ਪਤਾ ਹਫਤਾ ਕਿਹੜਾ ਚੱਲਦਾ ਪਿਆ? ਅੱਛਾ ਵਿਜੀਲੈਂਸ ਹਫਤਾ ਅਵੇਅਰਨੈਸ ਹਫਤਾ ਚੱਲ ਰਿਹਾ ਬਸ ਉਹ ਵੀ ਇੱਕ ਤਰ੍ਹਾਂ ਦਾ ਸਾਡੇ ਆਲੇ ਦੁਆਲੇ ਦਾ ਵਾਤਾਵਰਣ ਆ ਉਹ ਵੀ ਨਹੀਂ ਗੰਦਲਾ ਹੋਣ ਜੇ ਨਾ ਜੇ ਉਹ ਗੰਦਲਾ ਤਾਂ ਫਿਰ ਕੰਮ ਨਹੀਂ ਚੱਲਣਾ ਨਾ ਫੇਰ ਤੇ ਉਹ ਮਾਂਜੀ ਤੇ ਜਗਜੀਤ ਵਾਲੀ ਗੱਲ ਤੇ ਰਹੀ ਨਾ ਨਹੀਂ ਬਿਲਕੁਲ ਉਹ ਵੀ ਸਾਫ਼ ਚਾਹੀਦਾ ਜੀ। ਉਹ ਦੇਖੋ ਉਹ ਇਹਦੇ ਤੋਂ ਵੀ ਜ਼ਰੂਰੀ ਆ ਚੀਜ਼ ਸਾਰੀਆਂ ਹੀ ਜ਼ਰੂਰੀ ਹੁੰਦੀਆਂ ਪਰ ਕਈ ਬੰਦਿਆਂ ਨੂੰ ਨਾ ਆਦਤ ਹੁੰਦੀ ਆ ਵੀ ਮੈਂ ਘਰ ਬੈਠਾ ਪੈਸਾ ਖਰਚ ਤਮਾਸ਼ਾ ਵੇਖ ਨਾ ਜੀ ਨਾ ਇਹ ਜਿਹਾ ਕੰਮ ਤਾਂ ਬਿਲਕੁਲ ਹੀ ਨਹੀਂ ਕਰਨਾ ਹੈ ਨਾ ਮੇਰਾ ਕੰਮ ਹੋਣਾ ਚਾਹੀਦਾ ਮੇਰੇ ਹੱਥ 'ਚ ਫੜਾ ਜਾ ਪੈਸੇ ਲੱਗ ਜਾਣ ਥੋੜੇ ਜਿਹੇ ਐਫਰਟਸ ਕਰੋ ਕੰਮ ਆਪਣੇ ਆਪ ਹੀ ਹੋ ਜਾਂਦੇ ਆ ਤੁਸੀਂ ਜਾ ਕੇ ਮਿਲੋ ਤਾਂ ਸਹੀ। ਦੇਖੋ ਇੱਕ ਮਸ਼ੀਨਰੀ ਦੀ ਗੱਲ ਇਹ ਕਰਦੇ ਆ ਇੱਕ ਸਰਕਾਰੀ ਮਸ਼ੀਨਰੀ ਹੁੰਦੀ ਆ ਹਰ ਮਹਿਕਮੇ 'ਚ ਹੁੰਦੀ ਆ ਜੀ ਜਦੋਂ ਉਹਨਾਂ ਦੇ ਕਾਨੂੰਨ ਬਣੇ ਹੋਏ ਆ ਸਰਕਾਰੀ ਕਾਨੂੰਨ ਆ ਸੰਵਿਧਾਨਕ ਤੌਰ ਤੇ ਕਾਨੂੰਨ ਬਣੇ ਹੋਏ ਆ ਵੀ ਇਹ ਕੰਮ ਅਸੀਂ ਨਹੀਂ ਕਰਦੇ ਜਿਹੜੇ ਸਾਡੇ ਇਹਨਾਂ ਚੀਜ਼ਾਂ ਦੇ ਖਿਲਾਫ ਆ ਤਾਂ ਹੀ ਤਾਂ ਵਿਜੀਲੈਂਸ ਹਫਤਾ ਮਨਾਉਂਦੇ ਪਏ। ਬਿਲਕੁਲ ਹੈ ਨਾ ਇਹ ਚੀਜ਼ਾਂ ਜਿਹੜੀਆਂ ਨਾ ਇਹ ਪੂਰੇ ਸਮਾਜ ਨੂੰ ਗੰਦਲਾ ਕਰਦੀਆਂ ਵਾਤਾਵਰਣ ਤੇ ਸਾਡੇ ਆਲੇ ਦੁਆਲੇ ਦਾ ਮਾਹੌਲ ਗੰਦਲਾ ਕਰਦਾ ਨਾ ਇਹ ਚੀਜ਼ਾਂ ਪੂਰੇ ਸਮਾਜ ਨੂੰ ਜਿਹੜਾ ਉਹ ਗੰਦਲਾ ਕਰਦੀਆਂ ਉਹਦੀ ਸਫਾਈ ਦੀ ਵੀ ਸਾਨੂੰ ਲੋੜ ਹੈ ਭਾਈ ਆ ਮੰਡੀਆਂ ਦੇ ਤਾਂ ਹੀ ਮੈਨੂੰ ਲੱਗਦਾ ਤੁਸੀਂ ਚੱਕ ਲੈ ਪੜਨ ਲਈ ਪੜ ਛੱਡੋ ਫਿਰ ਟਾਈਮ ਹੋ ਗਿਆ ਪੜ ਦਿਓ ਫਿਰ ਪੜ ਦਿਓ ਲਓ ਜੀ ਆਲੂ ਜਿਹੜਾ ਜਲੰਧਰ ਵਿਕਿਆ 440 ਰੁਪਏ ਕੁਇੰਟਲ ਲੁਧਿਆਣਾ 550 ਰੁਪਏ ਖੰਨਾ 700 ਰੁਪਏ ਪਟਿਆਲਾ 1600 ਰੁਪਏ ਬਠਿੰਡਾ 1450 ਰੁਪਏ ਤੇ ਅੰਮ੍ਰਿਤਸਰ 900 ਰੁਪਏ ਜੀ। ਪਿਆਜ਼ ਅੱਜ ਵਿਕਿਆ ਜਲੰਧਰ 1300 ਰੁਪਏ ਕੁਇੰਟਲ ਲੁਧਿਆਣਾ 1100 ਤੇ 50 ਰੁਪਏ ਖੰਨਾ 1300 ਰੁਪਏ ਪਟਿਆਲਾ 2500 ਰੁਪਏ ਬਠਿੰਡਾ 2050 ਰੁਪਏ ਤੇ ਅੰਮ੍ਰਿਤਸਰ 1300 ਰੁਪਏ। ਵਾਹ ਜੀ। ਟਮਾਟਰ
ਜਲੰਧਰ ਵਿਕਿਆ 1600 ਰੁਪਏ ਕੁਇੰਟਲ, ਲੁਧਿਆਣਾ 2050 ਰੁਪਏ, ਖੰਨਾ 2000, ਪਟਿਆਲਾ ਭਾਅ ਮਿਲਿਆ ਜੀ ਟਮਾਟਰਾਂ ਦਾ 4100 ਰੁਪਇਆ ਕੁਇੰਟਲ ਦੇ ਅੱਛਾ। ਆ, ਬਠਿੰਡਾ 2050 ਰੁਪਏ ਤੇ ਅੰਮ੍ਰਿਤਸਰ 900 ਰੁਪਏ। ਅੱਛਾ ਜੀ। ਆ ਬੈਂਗਣ ਅੱਜ ਰਿਹਾ ਜੀ ਜਲੰਧਰ 1000 ਰੁਪਏ, ਲੁਧਿਆਣਾ 1050 ਰੁਪਏ, ਖੰਨਾ 1000 ਰੁਪਏ, ਪਟਿਆਲਾ ਬੈਂਗਣ ਦਾ ਵੀ ਭਾਅ ਮਿਲਿਆ ਜੀ 2100 ਰੁਪਏ, ਅੱਛਾ ਜੀ। ਬਠਿੰਡਾ ਫੇਰ ਮਾਰਕਾ ਮਾਰ ਗਿਆ 2650 ਰੁਪਏ ਬੈਂਗਣ ਵਿਕਿਆ ਜੀ, ਕਿਆ ਬਾਤ। ਤੇ ਅੰਮ੍ਰਿਤਸਰ 1000 ਰੁਪਏ। ਜੀ। ਘੀਆ ਵਿਕਿਆ ਜਲੰਧਰ 1200 ਰੁਪਏ, ਲੁਧਿਆਣਾ 1250 ਰੁਪਏ, ਖੰਨਾ 1300 ਰੁਪਏ, ਪਟਿਆਲਾ 2200 ਰੁਪਏ, ਬਠਿੰਡਾ 2050 ਰੁਪਏ ਤੇ ਅੰਮ੍ਰਿਤਸਰ 1300 ਰੁਪਏ। ਇਹ ਚ ਪਟਿਆਲਾ ਬਾਜੀ ਮਾਰ ਗਿਆ। ਆਹ 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 ਠੀਕ ਚਲੋ, ਹੈ। ਜਿੱਥੇ ਕੁਝ ਘੱਟ ਆ ਜਾਂਦੀ ਸਬਜ਼ੀ ਉੱਥੇ ਮਹਿੰਗੀ ਵਿਕਦੀ, ਵਿਕ ਜਾਂਦਾ। ਨਾਲੇ ਜਿੱਥੇ ਕੋਈ ਚੰਗੀ ਮਿਆਰੀ ਚੀਜ਼ ਹੁੰਦੀ ਉਹਦਾ ਭਾਅ ਮਿਲਦਾ ਹੀ ਆਟੋਮੈਟਿਕਲੀ ਮਿਲਦਾ ਵੱਧ ਹੈ। ਜਾਂਦਾ ਜੀ। ਹਾਂ, ਹੂੰ। ਤੇ ਹੁਣ ਆ ਜੀ ਆਪਣਾ ਇੰਜੀਨੀਅਰ ਸਾਹਿਬ ਆ, ਇਹਨਾਂ ਤੋਂ ਜਾਣਕਾਰੀ ਲਈਏ ਆਪਾਂ। ਪੂਰੀ ਇਹਨਾਂ ਨਾਲ ਫਿਰ ਗੱਲ ਕਰਦੇ ਆ ਅੱਜ ਜੀ, ਅਸੀਂ ਬਿਲਕੁਲ। ਵੀ ਖੇਤੀ ਮਸ਼ੀਨਰੀ ਸੇਵਾ ਕੇਂਦਰ ਹੂੰ। ਕਿਸਾਨਾਂ ਲਈ ਲਾਹੇਵੰਦ ਜੀ। ਹੈ ਨਾ, ਇਸ ਵਿਸ਼ੇ ਤੇ ਇਹਨਾਂ ਨਾਲ ਗੱਲਬਾਤ ਅੱਜ ਅਸੀਂ ਬਿਲਕੁਲ ਕਰਾਂਗੇ। ਬਿਲਕੁਲ ਆਪਾਂ ਜਾਣਕਾਰੀ ਲੈਣੇ ਆ ਜੀ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਜੇ ਅੱਜ ਦੇ ਸਾਡੇ ਵਿਸ਼ੇ ਤੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਟੈਲੀਫੋਨ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈ 0181 281 42 61 ਤੇ ਸਾਡਾ ਦੂਜਾ ਨੰਬਰ ਹੈ 0181 281 42 64। ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰਕੇ ਇੰਜੀਨੀਅਰ ਨਵਦੀਪ ਜੀ ਬੈਠੇ ਨੇ, ਤੁਸੀਂ ਖੇਤੀ ਮਸ਼ੀਨਰੀ ਸੇਵਾ ਕੇਂਦਰਾਂ ਤੇ ਕੋਈ ਸਵਾਲ ਪੁੱਛਣਾ ਪੁੱਛ ਸਕਦੇ ਹੋ, ਨਵਦੀਪ ਜੀ ਤੁਹਾਡਾ ਜਵਾਬ ਦੇਣਗੇ। ਨਵਦੀਪ ਜੀ, ਸਭ ਤੋਂ ਪਹਿਲਾਂ ਜੇ ਇਹੋ ਹੀ ਜਾਣਨਾ ਚਾਹੀਏ ਤੁਹਾਡੇ ਤੋਂ ਬਈ ਕਿਸਾਨੀ ਤੇ ਖੇਤੀਬਾੜੀ, ਹਾਂ। ਚਾਹੇ ਉਹ ਵਿਭਾਗ ਆ ਚਾਹੇ ਸਾਡੀ ਖੇਤੀਬਾੜੀ ਆ, ਇਹਦੇ ਚ ਸੇਵਾ ਕੇਂਦਰ ਜਿਹੜੇ ਆ ਖੇਤੀ ਮਸ਼ੀਨਰੀ ਦੇ ਬਣੇ ਆ, ਇਹਨਾਂ ਦਾ ਰੋਲ ਕੀ? ਬਿਲਕੁਲ ਜੀ, ਮਿੱਠਾ ਸਿੰਘ ਜੀ, ਬੜਾ ਹੀ ਵਧੀਆ ਤੇ ਵਾਜਬ ਸਵਾਲ ਆ। ਜੇ ਅਸੀਂ ਖੇਤੀ ਮਸ਼ੀਨਰੀ ਸੇਵਾ ਕੇਂਦਰ ਦੀ ਗੱਲ ਕਰੀਏ ਤੇ ਨਾਂ ਤੋਂ ਹੀ ਬੜਾ ਸਪਸ਼ਟ ਹੋ ਜਾਂਦਾ ਵੀ ਇਹ ਕਿਸ ਚੀਜ਼ ਦੇ ਨਾਲ ਸੰਬੰਧਿਤ ਆ। ਜੀ ਜੀ, ਵੀ ਜਿਹਦੇ ਤੋਂ ਸਾਨੂੰ ਖੇਤੀ ਮਸ਼ੀਨਰੀ ਜਿਹੜੀ ਹੈ ਮਿਲ ਸਕਦੀ ਆ, ਉਹਦੀਆਂ ਸੇਵਾਵਾਂ ਸੇਵਾ ਮਿਲ ਮਿਲ ਸਕਦੀਆਂ। ਸਕਦੀ ਹਾਂਜੀ, ਆ। ਹਾਂਜੀ। ਹਾਂਜੀ। ਤੇ ਸਰਕਾਰ ਦਾ ਜਿਹੜਾ ਮਕਸਦ ਸੀ ਇਹ ਖੇਤੀ ਮਸ਼ੀਨਰੀ ਸੇਵਾ ਕੇਂਦਰ ਸਥਾਪਿਤ ਕਰਨ ਦਾ, ਇਹ ਉਹਨਾਂ ਕਿਸਾਨਾਂ ਤੱਕ ਮਸ਼ੀਨਾਂ ਲੈ ਕੇ ਜਾਣੀਆਂ ਵੀ ਜਿਹੜੇ ਖੁਦ ਨਹੀਂ ਮਸ਼ੀਨਾਂ ਖਰੀਦ ਸਕਦੇ, ਜਿਨ੍ਹਾਂ ਕੋਲ ਇੰਨਾ ਸਰਮਾਇਆ ਨਹੀਂ ਹੈਗਾ ਜਾਂ ਉਹ ਨਹੀਂ ਕਰ ਸਕਦੇ ਜਾਂ ਜ਼ਮੀਨ ਥੋੜੀ ਆ, ਤਾਂ ਕਿ ਉਹਨਾਂ ਨੂੰ ਵੀ ਜਿਹੜੀ ਆਧੁਨਿਕ ਮਸ਼ੀਨਾਂ ਜਿਹੜੀਆਂ ਸੁਧਰੀਆਂ ਹੋਈਆਂ ਲੇਟੈਸਟ ਮਸ਼ੀਨਾਂ ਜਿਹੜੀਆਂ ਮਿਲ ਸਕਣ। ਆ ਮਹਿੰਗੀਆਂ ਬੜੀਆਂ ਆਪਣਾ ਜੋ ਬਹੁਤ ਮਹਿੰਗੀਆਂ ਜੀ, ਬਹੁਤ ਤੇ ਮਹਿੰਗੀਆਂ। ਉਹਦੇ 'ਚ ਜਿਹੜੇ ਖੇਤੀ ਮਸ਼ੀਨਰੀ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਸੀ। ਜੇ ਅਸੀਂ ਇੱਕ ਪੰਛੀ ਝਾਤ ਮਾਰੀਏ ਵੀ ਕਿੰਨੇ ਮਸ਼ੀਨਰੀ ਸੇਵਾ ਕੇਂਦਰ ਅਸੀਂ ਸਥਾਪਿਤ ਕਰ ਚੁੱਕੇ ਹਾਂ, ਪੰਜਾਬ ਦੇ ਵਿੱਚ ਲਗਭਗ 22000 ਦੇ ਕਰੀਬ ਜਿਹੜੇ ਆ ਮਸ਼ੀਨਰੀ ਸੇਵਾ ਕੇਂਦਰ ਆ। 22000 ਤੇ ਆਪਣੇ ਕੋਲ 12500 ਪਿੰਡ ਆ। ਤੇ ਆਨਲਾਈਨ ਜੇ ਦੇਖਿਆ ਜਾਵੇ ਇੱਕ ਅੰਦਾਜ਼ਨ ਹਰ ਇੱਕ ਪਿੰਡ ਦੇ ਵਿੱਚ ਤੇ ਪਿੱਛੇ 2 ਮਸ਼ੀਨਰੀ ਸੇਵਾ ਕੇਂਦਰ ਮਤਲਬ ਹੈਗੇ ਆ ਸਾਡੇ ਕੋਈ ਕੋਲ। ਟਾਵਾਂ ਹੀ ਪਿੰਡ ਟਾਵਾਂ ਆਪਣੇ ਕੋਈ ਵਰਗਾ ਪਿੰਡ ਆ, ਹੋਊਗਾ ਹਾਂਜੀ। ਜਿਹਦੇ ਕੋਲ ਨਹੀਂ ਹੈ। ਬਿਲਕੁਲ ਜੀ। ਆਪਣੇ ਪਿੰਡ ਵਰਗਾ। ਤੇ ਜੇ ਅਸੀਂ ਜ਼ਿਲ੍ਹਾ ਪੱਧਰ ਤੇ ਦੇਖੀਏ ਤੇ ਜਲੰਧਰ ਜ਼ਿਲ੍ਹੇ ਦੀ ਗੱਲ ਕਰੀਏ, ਉਹਦੇ 'ਚ ਅਸੀਂ 1000 ਪਿੰਡ ਆ ਸਾਡੇ ਕੋਲ, ਉਹਦੇ 'ਚ ਅਸੀਂ 1200 ਜਿਹੜੇ ਮਸ਼ੀਨਰੀ ਸੇਵਾ ਕੇਂਦਰ ਸਥਾਪਿਤ ਕਰ ਚੁੱਕੇ ਵਾਹ ਹਾਂ। ਜੀ ਵਾਹ ਜੀ। ਤੇ ਇਸ ਕਰਕੇ ਇਹਨਾਂ ਮਸ਼ੀਨਰੀ ਸੇਵਾ ਕੇਂਦਰਾਂ ਦਾ ਲਾਭ ਜਿਹੜਾ ਛੋਟੇ ਤੇ ਦਰਮਿਆਨੇ ਕਿਸਾਨ ਜਿਨ੍ਹਾਂ ਕੋਲ ਜ਼ਮੀਨਾਂ ਘੱਟ ਆ, ਜਿਹੜੇ ਮਸ਼ੀਨਾਂ ਨਹੀਂ ਲੈ ਸਕਦੇ, ਉਹਨਾਂ ਨੂੰ ਇਹ ਸੇਵਾਵਾਂ ਜਿਹੜੀਆਂ ਦੇਣਾ, ਵਾਜਬ ਦਰਾਂ ਦੇ ਉੱਤੇ ਮਸ਼ੀਨਾਂ ਦੀ ਜਿਹੜੀ ਮੁਹੱਈਆ ਕਰਵਾਈਆਂ ਜਾਣੀਆਂ। ਜੀ, ਇਹ ਇਹਨਾਂ ਦਾ ਮਕਸਦ ਸੀ ਸਾਡਾ। ਇਹ ਰੋਲ ਅਦਾ ਕਰਦੇ। ਬਿਲਕੁਲ ਜੀ, ਬਿਲਕੁਲ। ਅੱਛਾ ਨਵਦੀਪ ਜੀ, ਗੱਲ ਇਹ ਨਾਲੇ ਤਾਂ ਤੁਸੀਂ ਕਹਿ ਰਹੇ ਹੋ ਵੀ ਪੰਜਾਬ 'ਚ ਮਸ਼ੀਨਰੀ ਬਹੁਤ ਜ਼ਿਆਦਾ, ਆਪਾਂ ਜੋ ਸਰਵੇ ਕਰਦੇ ਆ ਆਲਰੇਡੀ ਬਹੁਤ ਜ਼ਿਆਦਾ, ਫਿਰ ਇਹਨਾਂ ਕੇਂਦਰਾਂ ਦੀ ਲੋੜ ਆਪਾਂ ਨੂੰ ਕਿਉਂ ਪੈ ਗਈ? ਕਿਉਂਕਿ ਹਰ ਘਰ ਤਾਂ ਟਰੈਕਟਰ ਬੜਾ ਖੜਾ, ਹਰ ਘਰ ਦੇ ਵਿੱਚ ਟਰਾਲੀਆਂ ਬੜੀਆਂ ਖੜੀਆਂ, ਮਸ਼ੀਨਾਂ ਬੜੀਆਂ ਖੜੀਆਂ। ਬਿਲਕੁਲ ਜੀ, ਇੱਕ ਤੇ ਮਸ਼ੀਨਰੀ ਜਿਹੜੀ ਆ ਉਹ ਆ ਜਾਂਦੀ ਹੈ ਸਾਡੇ ਕੋਲ ਟਰੈਕਟਰ ਟਰਾਲੀ ਵਾਲੀ, ਇੱਕ ਆ ਜਾਂਦੀ ਆ ਫਸਲ ਵਾਈਜ਼ ਜਿਹੜੀ ਅਸੀਂ ਜਿਹਦੇ ਨਾਲ ਕੰਮ ਕਰਨੇ ਆ। ਖਾਸ ਕਰ ਜੇ ਅਸੀਂ ਫਸਲ ਲਈਏ, ਜਿਹੜੀ ਆਪਣੇ ਕੋਲ ਮੁੱਖ ਸਮੱਸਿਆ ਪਰਾਲੀ ਹੈ, ਝੋਨੇ ਦੀ ਪਰਾਲੀ। ਹਰ ਸਾਲ ਜਿਹੜਾ ਆਪਣਾ ਲਗਭਗ ਅਸੀਂ 30 ਲੱਖ ਹੈਕਟੇਅਰ ਦੇ ਵਿੱਚ ਜਿਹੜੀ ਝੋਨੇ ਦੀ ਬਿਜਾਈ ਕਰ ਰਹੇ ਹਾਂ ਪੰਜਾਬ 'ਚ, ਤੇ ਉਹਦੇ ਤੋਂ ਜਿਹੜੀ ਪਰਾਲੀ ਪੈਦਾ ਕਰ ਰਹੇ ਹਾਂ ਹਰ ਸਾਲ 200 ਲੱਖ ਟਨ ਤੋਂ ਵੱਧ, 250 ਲੱਖ ਟਨ ਜਿਹੜੀ ਪਰਾਲੀ ਹਰ ਸਾਲ ਪੈਦਾ ਹੁੰਦੀ ਆ। ਤੇ ਹੋਣੀ ਆ। ਤੇ ਉਹਨੂੰ ਜਿਹੜਾ ਅਸੀਂ ਜੇ ਆਪਣੇ ਸਾਂਭ ਸੰਭਾਲ ਕਰਨੀ ਆ, ਉਹਨਾਂ ਦੀ ਸੁਚੱਜੀ ਸਾਂਭ ਸੰਭਾਲ ਕਰਨੀ ਆ, ਤੇ ਉਹਦੇ ਲਈ ਅਲੱਗ ਤਰ੍ਹਾਂ ਦੀ ਮਸ਼ੀਨਰੀ ਦੀ ਲੋੜ ਪੈਂਦੀ ਆ। ਹੁਣ ਮੈਂ ਸਮਝ ਗਿਆ ਜੀ ਇਹਨਾਂ ਦੀ ਗੱਲ, ਕਿਉਂਕਿ ਇਹ ਸਮਾਂ ਥੋੜਾ, ਪਰਾਲੀ ਸਾਰਿਆਂ ਨੇ ਸਾਂਭਣੀ ਆ, ਹਰ ਇੱਕ ਕੋਲ ਮਸ਼ੀਨ ਆਪਣੀ ਹੁੰਦੀ ਨਹੀਂ। ਇਸੇ ਕਰਕੇ ਤੇ ਇਹਨਾਂ ਨੂੰ ਮਾਹਰ ਤਾਂ ਕਹਿੰਦੇ ਆ। ਸੈਂਟਰ ਬਣਾਏ ਇਹ ਦੂਰਦਰਸ਼ੀ ਆ ਸਾਰੇ।
ਬਿਲਕੁਲ 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 ਹਾਂਜੀ, ਇਹਨਾਂ ਨੇ। ਇਹ ਮਕਸਦ ਹੈ ਸਾਡਾ ਮਸ਼ੀਨਰੀ ਸੇਵਾ ਕੇਂਦਰ ਸਥਾਪਿਤ ਕਰਨ ਦਾ, ਤਾਂ ਕਿ ਸਾਰੇ ਜ਼ਿਮੀਂਦਾਰਾਂ ਨੂੰ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਖਰੀਦਣ ਦੀ ਲੋੜ ਨਾ ਪਵੇ। ਉਹ ਇਹਨਾਂ ਸੇਵਾ ਕੇਂਦਰਾਂ ਤੋਂ, ਭਾਵੇਂ ਸੇਵਾ ਕੇਂਦਰਾਂ ਦੇ ਵਿੱਚ ਅਸੀਂ ਇਕੱਲੇ ਜ਼ਿਮੀਂਦਾਰਾਂ ਦੁਆਰਾ ਸਥਾਪਿਤ ਕੀਤੇ ਸੇਵਾ ਕੇਂਦਰ ਨਹੀਂ ਗਿਣਦੇ, ਉਹਦੇ ਅੰਡਰ ਅਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਵੀ ਸੇਵਾ ਕੇਂਦਰ ਲੈਂਦੇ ਆ। ਪੰਚਾਇਤਾਂ ਨੇ ਵੀ ਕਈ ਜਗ੍ਹਾ ਜਿਹੜੇ ਸੇਵਾ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਗਿਣਦੇ ਆ। ਅਧੀਨ ਹੀ ਹਾਂਜੀ, ਇੱਕ ਹੋਰ ਅਸੀਂ ਐਤਕੀ ਜਿਹੜੀ ਆ ਨਵੀਂ ਕੈਟਾਗਰੀ ਸ਼ਾਮਲ ਕੀਤੀ ਪਿਛਲੇ ਸਾਲ ਤੋਂ, ਉਹਨਾਂ ਨੂੰ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਜਿਹੜੇ ਸੰਗਠਨ ਬਣਦੇ ਜ਼ਿਮੀਂਦਾਰਾਂ ਦਾ ਸੰਗਠਨ, FPO ਵੀ ਕਹਿੰਦੇ ਆ, FPO ਜਿਹਨੂੰ ਕਹਿੰਦੇ ਆ ਜੀ, ਜੇ ਰਲ ਕੇ ਜ਼ਿਮੀਂਦਾਰ ਕੋਈ ਕਰਦੇ ਆ, ਉਹਨਾਂ ਨੂੰ ਵੀ ਅਸੀਂ ਇਸ ਦਾਇਰੇ ਦੇ ਵਿੱਚ ਸ਼ਾਮਲ ਕੀਤਾ ਹੋਇਆ। ਅੱਛਾ 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 ਜੀ ਜੀ ਕਹਿਣਾ ਜੀ। ਹਾਂਜੀ ਬਿਲਕੁਲ, ਇਹ ਸੇਵਾ ਕੇਂਦਰ ਜਿਸ ਤਰ੍ਹਾਂ ਗੱਲ ਕਰ ਰਹੇ ਆ ਵੀ ਸਾਡੇ ਕੋਲ ਕਾਫੀ ਵੱਡੀ ਗਿਣਤੀ ਦੇ ਵਿੱਚ ਹੈਗੇ ਆ। ਕੋਈ ਵੀ ਕਿਸਾਨ ਜਿਹੜਾ ਵਾ, ਉਹਨਾਂ ਨੂੰ ਆਪਣੇ ਪਿੰਡ 'ਚ ਜਾਂ ਗਵਾਂਢੀ ਪਿੰਡ ਤੋਂ ਜਿਹੜੀ ਆਸਾਨੀ ਨਾਲ ਮਸ਼ੀਨ ਜਿਹੜੀ ਆ ਉਹ ਮਿਲ ਸਕਦੀ ਹੈ। ਮਿਲ ਸਕਦੀ। ਅੱਛਾ, ਇਹ ਮਸ਼ੀਨਰੀ ਮਿਲੂ ਤਾਂ ਜੇ ਮਤਲਬ ਸਾਡੇ ਨੇੜੇ ਤੇੜੇ ਕੋਈ ਹੋ, ਦੂਰੋਂ ਲਿਆਣੀ ਤੇ ਫਿਰ ਥੋੜੀ ਜਿਹੀ ਔਖੀ ਹੋ ਜਾਂਦੀ ਹੈ। ਔਖਾ। ਤੇ ਇੱਕ ਹੋਰ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਬਈ ਤਕਰੀਬਨ ਜੇ ਅਸੀਂ ਇਹਨੂੰ ਗੁਣਾ ਕਰੀਏ ਤੇ ਇੱਕ ਪਿੰਡ 'ਚ 2 ਕੁ ਆ ਜਾਂਦੇ ਆ ਖੇਤੀ ਸੇਵਾ ਕੇਂਦਰ। ਹੁਣ ਇਹ ਵੀ ਨਾ ਹੋਵੇ ਸਾਡੇ ਕੋਲ ਅਸੀਂ ਸੇਵਾ ਕੇਂਦਰ ਜ਼ਿਆਦਾ ਖੋਲ ਲਈਏ, ਮਸ਼ੀਨਰੀ ਰੱਖ ਲਈਏ ਤੇ ਉਹ ਕੋਈ ਲੈ ਕੇ ਹੀ ਨਾ ਜਾਵੇ। ਬਿਲਕੁਲ ਜੀ, ਹੈ ਨਾ। ਤੇ ਉਹ ਫਿਰ ਇੰਨਾ ਖਰਚਾ ਕਰਕੇ ਕੀ ਫਾਇਦਾ। ਇਸ ਕਰਕੇ ਇਹ 1-2 ਤੋਂ ਵੱਧ ਪਿੰਡ 'ਚ ਹੋਣੇ ਵੀ ਨਹੀਂ ਚਾਹੀਦੇ। ਤੇ ਜਿੱਥੇ ਨਹੀਂ ਹੈਗੇ ਉਹਨਾਂ ਨੇ ਜੇ ਕੋਈ ਸੇਵਾ ਕੇਂਦਰ ਖੋਲਣਾ ਹੋਵੇ, ਠੀਕ ਹੈ, ਉਹਨਾਂ ਨੂੰ ਕੀ ਕਰਨਾ ਪੈਂਦਾ, ਤੇ ਜਾਂ ਜੇ ਉੱਥੇ ਹੈਗੇ ਆ ਤੇ ਉਹ ਕਿੱਥੇ ਆਪਣੀ ਮਸ਼ੀਨਰੀ ਮੁਹੱਈਆ ਕਰਾਂ। ਬਿਲਕੁਲ ਜੀ, ਜਿਹੜੇ ਪਿੰਡਾਂ ਦੀ ਗੱਲ ਕੀਤੀ ਵੀ ਜਿੱਥੇ ਮਸ਼ੀਨਰੀ ਸੇਵਾ ਕੇਂਦਰ ਨਹੀਂ ਹੈਗੇ, ਮਿੱਠਾ ਸਿੰਘ ਜੀ, ਉਹਦੇ 'ਚ ਅਸੀਂ ਹਰ ਸਾਲ ਜਿਹੜੀ ਆ ਇਹ ਮਸ਼ੀਨਾਂ ਤੇ ਸਬਸਿਡੀ ਦਿੰਨੇ ਆ। ਕਿਸਾਨ ਸੰਗਠਨ ਜਿਹਦੀ ਗੱਲ ਕੀਤੀ, FPO ਜਿਹਨੂੰ ਕਹਿ ਰਹੇ ਅਸੀਂ, ਉਹ ਕਿਸਾਨ ਜਿਹੜੇ ਰਲ ਕੇ ਇਕੱਠੇ ਹੋ ਕੇ ਇੱਕ ਆਪਣੀ FPO ਰਜਿਸਟਰ ਕਰਾਉਣ। ਉਹ 2 ਤਰੀਕੇ ਨਾਲ ਰਜਿਸਟਰ ਹੁੰਦੀ ਆ। ਇੱਕ ਆਪਣੇ ਇੰਡਸਟਰੀ ਡਿਪਾਰਟਮੈਂਟ 'ਚੋਂ ਵੀ ਰਜਿਸਟਰ ਕਰਾ ਸਕਦੇ ਆ, ਦੂਸਰਾ ਕੋਆਪਰੇਟਿਵ ਡਿਪਾਰਟਮੈਂਟ ਸਹਿਕਾਰਤਾ ਵਿਭਾਗ ਜਿਹੜਾ, ਉਹਦੇ ਕੋਲੋਂ ਵੀ ਜਿਹੜੀ ਹੈ ਰਜਿਸਟਰ ਕਰਾ ਸਕਦੇ ਆ। 500 ਰੁਪਈਆ ਫੀਸ ਆ ਉਹਦੀ, ਤੇ ਉਹ ਤੁਹਾਨੂੰ 1 ਜਾਂ 2 ਦਿਨ 'ਚ ਤੁਹਾਡੀ ਜਿਹੜੀ ਆ ਰਜਿਸਟ੍ਰੇਸ਼ਨ ਸਰਟੀਫਿਕੇਟ ਮਿਲ ਜਾਂਦਾ। ਉਸ ਤੋਂ ਬਾਅਦ ਤੁਸੀਂ ਉਹ ਸਰਟੀਫਿਕੇਟ ਦੇ ਬੇਸ ਦੇ ਉੱਤੇ ਤੁਸੀਂ ਅਪਲਾਈ ਕਰ ਸਕਦੇ ਹੋ। ਉਹਦੇ ਤੇ ਤੁਹਾਨੂੰ ਅਸੀਂ ਜਿਹੜੀ ਆ ਅੱਗੇ ਜਿਹੜਾ ਉਪਦਾਨ ਸਬਸਿਡੀ ਜਿਹੜੀ ਆ ਮਹਿਕਮੇ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਆ। ਹੁਣ ਜਿਹੜੇ ਮੰਨ ਲਓ ਵੀ ਅਸੀਂ ਮਸ਼ੀਨਰੀ ਸੇਵਾ ਕੇਂਦਰ ਸਥਾਪਿਤ ਕਰ ਲਿਆ, ਮਸ਼ੀਨਾਂ ਦੇਣੀਆਂ ਕਿਸ ਤਰ੍ਹਾਂ ਆਪਾਂ, ਸਾਡੇ ਕੋਲ ਕੌਣ ਆਊਗਾ, ਸਾਨੂੰ ਪਤਾ ਕਿਦਾਂ ਵੀ ਫਲਾਣੇ ਨੂੰ ਲੋੜ ਆ। ਉਹਦੇ 'ਚ ਮਹਿਕਮਾ ਖੇਤੀਬਾੜੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ। ਅਸੀਂ ਇੱਕ, ਕਿਉਂਕਿ ਅੱਜ ਕੱਲ ਯੁੱਗ ਹੈਗਾ ਮੋਬਾਈਲ ਦਾ, ਸਮਾਰਟਫੋਨ ਦਾ ਯੁੱਗ ਆ, ਉਹਦੇ ਤੇ ਅਸੀਂ ਇੱਕ ਐਪ ਬਣਾ ਕੇ ਦਿੱਤੀ ਹੋਈ ਆ, ਆਈ ਖੇਤ ਐਪ ਜਿਹਨੂੰ ਕਹਿੰਦੇ ਆ। ਉਹ ਤੁਸੀਂ ਐਂਡਰੋਇਡ ਫੋਨ ਤੋਂ ਜਿਹੜੀ ਆ ਡਾਊਨਲੋਡ ਕਰ ਸਕਦੇ, ਪਲੇ ਸਟੋਰ ਤੋਂ। ਉਹ ਆਈ ਖੇਤ ਐਪ ਦੇ ਵਿੱਚ ਤੁਸੀਂ ਆਪਣਾ ਨਾਂ ਐਂਟਰ ਕਰੋਗੇ, ਤੁਹਾਡਾ ਉਹਦੇ 'ਚ ਬਿਲਕੁਲ ਇੱਕ ਨਕਸ਼ਾ ਬਣ ਕੇ ਆ ਜਾਊਗਾ। ਤੁਹਾਡੀ ਜਗ੍ਹਾ ਜਿੱਥੇ ਤੁਸੀਂ ਲੌਗਇਨ ਕੀਤਾ ਹੋਇਆ, ਉਹਦੇ ਆਲੇ ਦੁਆਲੇ ਤੁਹਾਨੂੰ 5 ਕਿਲੋਮੀਟਰ ਦੇ ਸਰਕਲ 'ਚ, 10 ਕਿਲੋਮੀਟਰ ਦੇ ਸਰਕਲ 'ਚ, 15 ਕਿਲੋਮੀਟਰ ਦੇ ਸਰਕਲ 'ਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿੱਥੇ ਮਸ਼ੀਨਰੀ ਕੇਂਦਰ ਜਿਹੜੇ ਮੌਜੂਦ ਆ। ਉਹਨਾਂ ਦਾ ਫੋਨ ਨੰਬਰ ਆ ਜਾਊਗਾ, ਉਹਨਾਂ ਕੋਲ ਕਿਹੜੀਆਂ ਮਸ਼ੀਨਾਂ ਮੌਜੂਦ ਆ ਉਹ ਆ ਜਾਣਗੀਆਂ। ਤੁਸੀਂ ਉਹਨਾਂ ਨਾਲ ਫੋਨ ਦੇ ਉੱਤੇ ਘਰ ਬੈਠੇ ਹੀ, ਕਿਤੇ ਜਾਣ ਦੀ ਲੋੜ ਨਹੀਂ, ਰਾਬਤਾ ਕਾਇਮ ਕਰ ਸਕਦੇ, ਮਸ਼ੀਨਾਂ ਕਿਰਾਏ ਤੇ ਲੈ ਸਕਦੇ ਹੋ। ਦੂਸਰਾ ਤਰੀਕਾ ਇਹ ਆ, ਸਾਡੇ ਵਿਭਾਗ ਦੇ ਹਰ ਬਲਾਕ ਦੇ ਵਿੱਚ ਬਲਾਕ ਖੇਤੀਬਾੜੀ ਅਫਸਰਾਂ ਦੇ ਦਫ਼ਤਰ ਆ ਜੀ। ਅਸੀਂ ਉਹਨਾਂ ਕੋਲ ਵੀ ਜਿਹੜੀਆਂ ਹਰ ਬਲਾਕ ਦੇ ਕੋਲ ਆਪਣੀਆਂ ਲਿਸਟਾਂ ਮੌਜੂਦ ਆ। ਅਸੀਂ ਉਹਨਾਂ ਲਿਸਟਾਂ ਨੂੰ ਆਪਣੇ ਜਿਹੜੇ WhatsApp ਗਰੁੱਪਾਂ ਦੇ ਵਿੱਚ ਵੀ ਜਿਹੜਾ ਵਾ ਸਾਂਝਾ ਕੀਤਾ ਹੋਇਆ। ਕਿਸਾਨ ਉਹਨਾਂ ਤੋਂ ਵੀ ਜਿਹੜਾ ਦੇਖ ਕੇ ਪਤਾ ਕਰ ਸਕਦੇ ਆ ਵੀ ਮੇਰੇ ਲਾਗੇ ਛਾਗੇ ਕਿਹੜੇ ਪਿੰਡ 'ਚ ਮੌਜੂਦ ਆ। ਉਹ ਆਪਣੇ ਪੱਧਰ ਤੇ ਵੀ ਕਰ ਸਕਦੇ ਆ, ਸਾਡੇ ਬਲਾਕ ਅਫਸਰਾਂ ਨਾਲ, ADOs ਦੇ ਨਾਲ ਕੰਟੈਕਟ ਕਰਕੇ ਉਹਨਾਂ ਕੋਲ ਵੀ ਜਾਣਕਾਰੀ ਲੈ ਸਕਦੇ ਆ। ਜੇ ਕਰਨਾ ਚਾਹੀਏ ਨਾ, ਜਿੱਥੇ ਚਾਹ ਉੱਥੇ ਰਾਹ, ਸਾਨੂੰ ਲੋੜ ਆ ਥੋੜਾ ਜਿਹਾ ਕਦਮ ਪੁੱਟਣ ਦੀ। ਜੇ ਅਸੀਂ ਕਰ ਲਈਏ ਤੇ ਸਾਨੂੰ ਸਾਰੇ ਰਾਹ ਮਿਲ ਜਾਂਦੇ ਆ। ਜਿੱਥੇ ਚਾਹ ਉੱਥੇ ਰਾਹ ਤੇ ਆਪਣਾ ਕਾਣੇ ਪਾਣੀ ਪੀ ਲਿਆ। ਤੁਸੀਂ ਹੁਣ ਆਪਣੇ ਬਟਨਾਲੇ ਤੇ ਨਾ ਡਾਊਨਲੋਡ ਕਰਨ ਬਹਿ ਜਾਓ, ਉੱਤੇ ਨਹੀਂ ਹੋਣਾ। ਨਹੀਂ ਮੈਂ ਉਹਦੇ ਤੇ ਨਹੀਂ। ਆਈ ਵਾਲਾ ਦੱਸੋ ਜੀ, ਅੰਗਰੇਜ਼ੀ ਵਾਲਾ ਆਈ ਅੰਗਰੇਜ਼ੀ ਵਾਲਾ, ਬਿਲਕੁਲ ਆਈ GHI ਨਹੀਂ ਕੱਲਾ ਆਈ, ਉਹ ਐਚ ਤੋਂ ਬਾਅਦ ਜਿਹੜਾ ਕੱਲਾ ਆਈ ਖੇਤ, KHET ਆਈ ਖੇਤ ਐਪ ਜਿਹੜੀ ਐਂਡਰੋਇਡ ਫੋਨ ਤੋਂ ਅਸੀਂ ਲੋਡ ਕਰ ਸਕਦੇ ਹਾਂ। ਜਵਾਕਾਂ ਤੋਂ ਕਰਵਾ ਲਾਂਗੇ, ਕੋਈ ਗੱਲ ਨਹੀਂ। ਅੱਛਾ, ਆਪਾਂ ਇਹਨਾਂ ਨੂੰ ਇਹ ਵੀ ਪੁੱਛ ਲਈਏ ਵੀ ਇਹ ਕਹਿੰਦੇ ਜ਼ਿਮੀਂਦਾਰੀ ਖੋਲਣਾ, ਕੀ ਉਹ ਵਿਭਾਗ ਵੀ ਕੋਈ ਉਪਰਾਲਾ ਕਰ ਰਿਹਾ, ਕੋਈ ਉਹਨਾਂ ਨੇ ਵੀ ਖੋਲਿਆ ਸੈਂਟਰ? ਵੀ ਇਹ ਨਾ ਹੋਵੇ ਵੀ ਸਾਨੂੰ ਕਹੀ ਜਾਓ ਖੋਲ, ਪਰ ਇੱਕ ਇਹਦਾ ਜਵਾਬ ਆਪਾਂ ਲੈਣੇ ਆ। ਫੋਨ ਆ ਗਿਆ ਇੱਕ। ਅੱਛਾ, ਲੈ ਲਓ, ਪਹਿਲਾਂ ਫੋਨ ਸੁਣੋ ਜੀ, ਫੋਨ ਸੁਣੋ। ਹੈਲੋ ਜੀ, ਨਮਸਕਾਰ ਜੀ। ਨਮਸਕਾਰ ਜੀ। ਹਾਂਜੀ, ਗੁਲਾਮ ਮੋੜ ਬੋਲ ਰਹੇ ਹਾਂ ਜੀ, ਬਠਿੰਡੇ ਤੋਂ। ਪਿੰਡ ਮੇਰਾ ਮਹਿਮਾ ਸਵਾਈ ਹੈ ਜੀ। ਬਹੁਤ ਵਧੀਆ ਵਿਸ਼ਾ ਜੀ, ਸਾਨੂੰ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ। ਹਾਂਜੀ,
ਤੇ ਜੇ ਗੱਲ ਕਰੀਏ ਨਾ ਜੀ ਸੇਵਾ ਕੇਂਦਰਾਂ ਦੀ, ਆਮ ਕਿਸਾਨ ਗਰੁੱਪ ਬਣਾਉਂਦੇ ਆ ਜੀ ਪਿੰਡਾਂ ਦੇ ਵਿੱਚ, 15-20 ਕਿਸਾਨ ਰਲ ਕੇ ਜਦੋਂ ਗਰੁੱਪ ਬਣਾ ਲੈਂਦੇ ਆ ਤੇ ਉਹ ਇੱਕ ਕਿਸਾਨ ਨੂੰ ਸੰਦ ਮਿਲ ਜਾਂਦੇ ਆ ਤੇ ਉਹ ਨਾ ਮੱਲ ਮਾਰ ਕੇ ਬਹਿ ਜਾਂਦਾ ਜੀ ਉਹਨਾਂ ਸੰਦਾਂ ਤੇ। ਅੱਛਾ, ਮਤਲਬ 2-3 ਏਕੜ ਵਾਲਿਆਂ ਨੂੰ ਤਾਂ ਸੰਦ ਦਿੰਦੇ ਨਹੀਂ, ਜੇ ਦਿੰਦਾ ਤਾਂ ਉਹ ਕਿਰਾਇਆ ਲੈਂਦਾ ਜੀ ਸਾਥੋਂ। ਤੇ ਐਵੇਂ ਜੀ ਕਿਹੜੇ ਕੋਪਰ ਸਟੇਟਿੰਗ ਦੇ ਵਿੱਚ ਸੰਦ ਸਾਡੇ ਮਹਿਮਾ ਸਰਜਾ ਪਿੰਡ ਆ ਮੇਰੇ ਗੁਆਂਢੀ, ਉੱਥੇ ਸੰਦ ਖੜੇ ਆ ਸਾਰੇ, ਤੇ ਉਹਨਾਂ ਚੋਂ 5 ਸੰਦਾਂ ਚ ਕੋਈ ਨਹੀਂ ਚੱਲਦਾ ਜੀ। ਜਦੋਂ ਅਸੀਂ ਜਾਂਦੇ ਹਾਂ ਉਹਨੇ ਚੈਨ ਟੁੱਟੀ ਪਈ ਹੈ, ਤਵੀਆਂ ਦੇ ਵੈਲਡ ਟੁੱਟੇ ਪਏ ਆ। ਇੱਕ ਤਾਂ ਇਹਦਾ ਹੱਲ ਦੱਸੋ ਜੀ, ਕੀ ਉਹ ਕਿਰਾਇਆ ਲੈ ਸਕਦਾ ਹੈ? ਜੇ ਉਹ ਲੈ ਸਕਦਾ ਹੈ ਤਾਂ ਠੀਕ ਹੈ, ਜੇ ਨਹੀਂ ਲੈ ਸਕਦਾ ਅਸੀਂ ਕਿੱਥੇ ਪਹੁੰਚ ਕਰੀਏ ਜੀ ਉਹਦੀ ਸ਼ਿਕਾਇਤ ਕਰਨ ਵਾਲੀ? ਹਾਂ ਬਿਲਕੁਲ ਜੀ, ਬਹੁਤ ਹੀ ਵਾਜਿਬ ਕੁਐਸਚਨ ਆ। ਵੀ ਮੁੜ ਕੇ ਮੈਂ ਚੌਹਾਨ ਸਾਹਿਬ ਨਾਲ ਪੈਸੇ ਪਾ ਕੇ ਸੰਦ ਖਰੀਦ ਲਵਾਂ, ਚੌਹਾਨ ਸਾਹਿਬ ਮੈਨੂੰ ਕਹਿਣ ਵੀ ਮਿੱਠਾ ਸਿੰਘ ਪੈਸੇ ਦੇ ਪਹਿਲੇ। ਪਰ ਨਹੀਂ, ਦੇਖੋ ਨਹੀਂ ਇੱਕ ਉਦਾਹਰਨ ਦਿੱਤੀ ਆ। ਮਿੱਠਾ ਸਿੰਘ ਜੀ, ਬੜਾ ਹੀ ਇੱਕ ਵਧੀਆ ਅੱਜ ਸਮਾਜਿਕ ਸਾਡੀ ਇਹ ਤਰੁੱਟੀ ਬਣਦੀ ਜਾ ਰਹੀ ਵੀ ਅਸੀਂ ਇਕੱਠੇ ਹੋ ਕੇ ਨਹੀਂ ਚੱਲ ਰਹੇ। ਅਸੀਂ ਕੋਆਪਰੇਟਿਵ ਮਾਡਲ ਦੀ ਗੱਲ ਕੀਤੀ ਸੀ, ਸ਼ੁਰੂ ਕੀਤਾ ਸੀ ਉਹਨੂੰ, ਜਿਹੜਾ ਨਾ ਜ਼ਮੀਨੀ ਪੱਧਰ ਤੇ ਅਸੀਂ ਉਹਨੂੰ ਲਾਗੂ ਨਹੀਂ ਕਰ ਸਕੇ, ਕਿਉਂਕਿ ਇਹ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਵੀ ਸਾਡਾ ਸਹਿਕਾਰਤਾ ਦਾ ਇੱਕ ਸਭ ਤੋਂ ਪਹਿਲਾ ਕਦਮ ਸੀ ਵੀ ਅਸੀਂ ਰਲ ਕੇ ਖੇਤੀ ਕਰਨੀ ਹੈ। ਜੀ ਜੀ। ਹੁਣ ਦੇਖੋ ਇਹ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਕੌਣ ਚਲਾ ਰਹੇ? ਅਸੀਂ ਕਿਸਾਨ, ਉਹਦੇ ਮੈਂਬਰ, ਰਲ ਕੇ ਆਪਾਂ ਅਸੀਂ ਉਹਦੇ ਚਲਾ ਰਹੇ ਪ੍ਰਧਾਨ, ਹਾਂ। ਅਸੀਂ ਉਹਦੇ ਸਾਰਾ ਕੁਝ ਕਰਤਾ ਧਰਤਾ। ਲੋੜ ਹੈਗੀ ਹੈ ਸਾਨੂੰ ਆਪਣੀ ਜਿਹੜੀ ਹਉਮੈ ਮੈਂ ਜਿਹੜੀ ਖਤਮ ਕਰਕੇ ਇਕੱਠੇ ਹੋ ਕੇ ਚੱਲਣ ਦੀ। ਜੇ ਅਸੀਂ ਦਿੱਲੀ ਦੇ ਬਾਰਡਰਾਂ ਤੇ ਸਾਲ-ਸਾਲ ਬਹਿ ਸਕਦੇ ਹਾਂ, ਕੀ ਅਸੀਂ ਪਿੰਡ ਦੇ ਵਿੱਚ 10-15 ਜ਼ਿਮੀਂਦਾਰ ਨਹੀਂ ਇਕੱਠੇ ਹੋ ਸਕਦੇ? ਬਿਲਕੁਲ। ਸਾਨੂੰ ਇਹਦੇ ਚ ਕਿਤੇ ਨਾ ਕਿਤੇ ਆਪਣਾ ਜਿਹੜਾ ਇਕੱਠ ਆ, ਏਕਾਪਨ ਆ, ਉਹਨੂੰ ਜਿਹੜੀ ਆਪ ਮੈਂ ਖਤਮ ਕਰਕੇ ਕਰ ਸਕਦੇ ਆ। ਹੁਣ ਦੂਸਰੀ ਗੱਲ ਆ ਗਈ ਜੀ, ਉਹ ਤੁਸੀਂ ਆਪਣੇ ਪੱਧਰ ਤੇ ਦੇਖੋ ਵੀ ਕਿਸ ਤਰੀਕੇ ਨਾਲ ਇਹਨੂੰ ਪੋਲਿਟਿਕਸ ਤੋਂ ਦੂਰ ਕਰਕੇ ਤੇ ਇਹਨੂੰ ਇੱਕ ਸਾਂਝੇ ਤੌਰ ਤੇ ਇਹਨੂੰ ਆਪਾਂ ਵਰਤਣਾ। ਇਹ ਤੁਸੀਂ ਆਪ ਹੀ ਇਹਦਾ ਹੱਲ ਕਰ ਸਕਦੇ ਹੋ। ਠੀਕ ਹੈ ਨਵਦੀਪ ਜੀ, ਕਹਿਣ ਦਾ ਭਾਵ ਵੀ ਆਪਸ ਵਿੱਚ ਰਲ ਮਿਲ ਕੇ, ਇਹ ਆਪਸ ਵਿੱਚ ਰਲ ਮਿਲ ਕੇ ਦੇਖੋ ਪੈਸੇ ਇਕੱਠੇ ਵੀ ਕਰਨੇ ਜੋ ਖਰਾਬ ਹੁੰਦਾ। ਇਹ ਗੱਲ ਪੱਕੀ ਆ ਵੀ ਜੇ ਪੈਸੇ ਪਾ ਕੇ ਸਾਰਿਆਂ ਨੇ ਲਏ ਆ ਫਿਰ ਉਹ ਕੱਲਾ ਕਿਰਾਇਆ ਨਹੀਂ ਲੈ ਸਕਦਾ। ਬਿਲਕੁਲ ਜੀ। ਹਾਂ, ਕੱਲਾ ਕਿਰਾਇਆ ਨਹੀਂ, ਥੋੜੇ ਬਹੁਤੇ ਉਹਦੀ ਮੇਨਟੇਨੈਂਸ ਤਾਂ ਕਰਨੀ ਉਹ ਤਾਂ ਸਾਰਿਆਂ ਨੂੰ ਪੈਣਗੇ ਨਾ, ਕਿਸੇ ਇੱਕ ਨੂੰ ਨਹੀਂ। ਅੱਛਾ ਨਵਦੀਪ ਜੀ, ਜੀ ਉਹ ਸਰਕਾਰੀ ਤੌਰ ਤੇ ਵੀ ਸਰਕਾਰੀ ਵੀ ਕੋਈ ਇੱਕਦਮ ਤੁਹਾਡੇ ਵੱਲੋਂ ਕੀਤਾ ਜਾ ਰਿਹਾ। ਬਿਲਕੁਲ ਜੀ, ਉਸੇ ਪੁਆਇੰਟ ਤੇ ਮੈਂ ਆ ਰਿਹਾ ਸੀ ਚੌਹਾਨ ਸਾਹਿਬ। ਉਹ ਦੂਸਰਾ ਪੱਖ ਜੀ, ਮੇਰੇ ਜ਼ਿਮੀਂਦਾਰ ਭਰਾ ਜਿਹਨਾਂ ਨੇ ਕੁਐਸਚਨ ਕੀਤਾ, ਜੇ ਸੁਣ ਰਹੇ ਹੋਣ, ਅਸੀਂ ਇੱਕ ਉਪਰਾਲਾ ਮਹਿਕਮਾ ਖੇਤੀਬਾੜੀ ਵੱਲੋਂ ਇਸ ਵਾਰ ਕੀਤਾ। ਉਹਦੇ ਚ ਅਸੀਂ ਵਿਭਾਗ ਨੇ ਆਪਣੇ ਜਿਹੜੇ ਸੇਵਾ ਕੇਂਦਰ ਸਥਾਪਿਤ ਕੀਤੇ ਬਲਾਕ ਪੱਧਰ ਤੇ, ਅਸੀਂ ਆਪਣੀਆਂ ਮਸ਼ੀਨਾਂ ਖਰੀਦੀਆਂ ਹੋਈਆਂ। ਵਿਭਾਗ ਨੇ ਹਰ ਬਲਾਕ ਦੇ ਵਿੱਚ ਅਸੀਂ 5-5 ਲੱਖ ਦੀਆਂ ਮਸ਼ੀਨਾਂ ਖਰੀਦ ਕੇ ਪਰਾਲੀ ਨੂੰ ਸੰਭਾਲਣ ਵਾਲੀਆਂ ਖਾਸ ਕਰ ਜਿਹੜੀਆਂ ਮਸ਼ੀਨਾਂ ਉਹ ਖਰੀਦੀਆਂ ਹੋਈਆਂ। ਜਿਹੜੇ ਕਿਸਾਨ ਵੀਰ ਜਿਹੜੇ ਮਸ਼ੀਨਾਂ ਨਹੀਂ ਖਰੀਦ ਸਕਦੇ ਜਾਂ ਜਿਨ੍ਹਾਂ ਨੇ ਨਹੀਂ ਖਰੀਦੀਆਂ, ਉਹ ਸਾਡੇ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰਕੇ ਉਥੋਂ ਮਸ਼ੀਨਾਂ ਜਿਹੜੀਆਂ ਆਪਣੇ ਵਰਤੋਂ ਲਈ ਲੈ ਸਕਦੇ ਆ। ਉਹਦਾ ਕੋਈ ਵੀ ਅਸੀਂ ਖਾਸ ਕਰ ਕਿਰਾਇਆ ਨਹੀਂ ਰੱਖਿਆ, ਸਿਰਫ ਇੰਨੀ ਕੁ ਅਸੀਂ ਉਹਨਾਂ ਨੂੰ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਵੀ ਇਹਨੂੰ ਚੱਲਦੀ ਹਾਲਤ 'ਚ ਰੱਖਣ ਲਈ ਤੁਸੀਂ ਆਪਣਾ ਜੋ ਯੋਗਦਾਨ ਬਣਦਾ ਉਹ ਪਾਓ ਤਾਂ ਕਿ ਇਹ ਚੱਲਦੀਆਂ ਰਹਿਣ। ਅਬੇ ਜੇ ਕੰਮ ਹੀ ਨਹੀਂ ਕਰਨਗੇ ਤਾਂ ਕੀ ਫਾਇਦਾ? ਕੋਈ ਜਿਹੜੀ ਟੁੱਟ ਭੱਜ ਆ ਉਹਨੂੰ ਤੁਸੀਂ ਇਹਨਾਂ ਦੀ ਦਰੁਸਤੀ ਕਰਨ ਲਈ ਤੁਸੀਂ ਕਰਵਾ ਕੇ ਦੇਣਾ। ਹਾਂਜੀ, ਸਿਰਫ ਇਹ ਆਪਣਾ ਜਿਹੜਾ ਅਸੀਂ ਨੈਤਿਕ ਜ਼ਿੰਮੇਵਾਰੀ ਲਈਏ ਵੀ ਅਸੀਂ ਜੇ ਮਸ਼ੀਨਾਂ ਸਰਕਾਰੀ ਮਸ਼ੀਨਾਂ ਨੂੰ ਵਰਤ ਰਹੇ ਹਾਂ ਤੇ ਉਹਨੂੰ ਆਪਣੀਆਂ ਨਿੱਜੀ ਸਮਝ ਕੇ ਵਰਤੀਏ ਵੀ ਤਾਂ ਕਿ ਇਹ ਜ਼ਿਆਦਾ ਦੇਰ ਤੱਕ ਚੱਲਦੀਆਂ ਰਹਿਣ ਤੇ ਕਿਸੇ ਦੇ ਕੰਮ ਆ ਜਾਣ। ਸੋ ਇਹ ਉਪਰਾਲਾ ਅਸੀਂ ਕੀਤਾ। ਪੰਜਾਬ ਦੇ ਹਰ ਇੱਕ ਬਲਾਕ ਦੇ ਵਿੱਚ ਇਹ ਮਸ਼ੀਨਾਂ ਪਹੁੰਚ ਚੁੱਕੀਆਂ। ਖਾਸ ਕਰ ਜੇ ਮੈਂ ਜਲੰਧਰ ਦੀ ਗੱਲ ਕਰਾਂ ਤੇ ਸਾਡੇ ਜਲੰਧਰ 'ਚ ਸਾਰੇ ਬਲਾਕਾਂ 'ਚ ਮਸ਼ੀਨਾਂ ਪਹੁੰਚ ਗਈਆਂ। ਉਹਦੇ 'ਚ ਅਸੀਂ ਸੁਪਰ ਸੀਡਰ, ਸਮਾਰਟ ਸੀਡਰ ਜਿਹੜੀਆਂ ਹੁਣ ਲੇਟੈਸਟ ਮਸ਼ੀਨਾਂ ਆਈਆਂ ਉਹ ਵੀ ਅਸੀਂ ਦੇ ਦਿੱਤੀਆਂ। ਕਿਸਾਨ ਵੀਰ ਉਹਨਾਂ ਨੂੰ ਵਰਤ ਕੇ ਬਹੁਤ ਵਧੀਆ ਫਾਇਦਾ ਲੈ ਰਹੇ ਆ। ਆਪਾਂ ਵੀ ਫਿਰ ਲਾਗਲੇ ਬਲਾਕ ਚੋਂ ਲੈ ਆਵਾਂਗੇ। ਅੱਛਾ ਗੱਲ ਸੁਣੋ, ਇਹ ਤੇ ਤੁਸੀਂ ਗੱਲ ਕੀਤੀ ਹੈ ਨਾ ਜਿਹੜੀਆਂ ਤੁਹਾਡੇ ਪੱਧਰ ਦੇ ਉੱਤੇ ਜਿਹੜੇ ਕੇਂਦਰ ਖੋਲੇ ਆ ਸੇਵਾ ਵੀ ਪਰਾਲੀ ਸਾਂਭਣ ਲਈ ਉਪਰਾਲੇ ਹੁੰਦੇ ਆ, ਇਹ ਸੇਵਾ ਕੇਂਦਰ ਜਿਹੜੇ ਹੋ ਰਿਹਾ ਜਿੱਥੇ ਆ ਮਸ਼ੀਨਰੀ, ਹੋਰ ਕਿਹੜੀ ਮਸ਼ੀਨਰੀ ਆ ਉੱਥੇ ਉਪਲਬਧ ਆ ਤਾਂ ਕਿ ਅਸੀਂ ਉਹਦਾ ਲਾਹਾ ਲੈ ਸਕੀਏ? ਬਿਲਕੁਲ ਜੀ, ਹਾਂਜੀ। ਜਿਸ ਤਰ੍ਹਾਂ ਗੱਲ ਕੀਤੀ ਵੀ ਜਿਹੜੇ ਸੇਵਾ ਕੇਂਦਰਾਂ 'ਚ, ਕਿਉਂਕਿ ਹੁਣ ਜਿਹੜਾ ਸੀਜ਼ਨ ਚੱਲ ਰਿਹਾ ਪਰਾਲੀ ਦਾ, ਉਹਦੇ 'ਚ ਸੁਪਰ ਸੀਡਰ ਜਿਹੜੀ ਮਸ਼ੀਨ ਆ ਬਹੁਤ ਉਹਦੀ ਜਿਹੜੀ ਮੰਗ ਹੈਗੀ ਕਿਸਾਨਾਂ 'ਚ, ਬੜੀ ਹਰਮਨ ਪਿਆਰੀ ਮਸ਼ੀਨ ਆ। ਪਰਾਲੀ ਦਾ ਪ੍ਰਬੰਧਨ ਬਹੁਤ ਸੁਖਾਲੇ ਤਰੀਕੇ ਨਾਲ ਕੀਤਾ ਜਾ ਸਕਦਾ, ਉਹ ਮਸ਼ੀਨਾਂ ਉਪਲਬਧ ਆ। ਪਲਾਓ ਜਿਹੜੇ ਉਲਟਾਵੇਂ ਹਲ ਆ ਸਾਰੀ ਪਰਾਲੀ ਨੂੰ ਦੱਬ ਦਿੰਦੇ ਆ। ਮਲਚਰ ਜਿਹੜੇ ਕੁਤਰਾ ਕਰ ਦਿੰਦੇ ਆ। ਉਸ ਤੋਂ ਬਾਅਦ ਬੇਲਰ ਮਸ਼ੀਨਾਂ ਜਿਹੜੀਆਂ ਗੰਢਾਂ ਬਣਾਉਂਦੀਆਂ ਪਰਾਲੀ ਦੀਆਂ, ਉਹ ਗੰਢਾਂ ਜਿਹੜੀਆਂ ਅਸੀਂ ਬਿਜਲੀ ਪੈਦਾ ਕਰਨ ਲਈ ਵਰਤ ਸਕਦੇ ਹਾਂ, ਕੱਚਾ ਕੋਲਾ ਬਣਾਉਣ ਲਈ ਵਰਤ ਸਕਦੇ ਹਾਂ, ਖੁੰਭਾਂ ਦੀ ਕਾਸ਼ਤ ਕਰਨ ਲਈ ਵਰਤ ਸਕਦੇ ਹਾਂ, ਗਊਸ਼ਾਲਾ 'ਚ ਵਰਤ ਸਕਦੇ ਹਾਂ, ਚਾਰੇ ਲਈ ਵਰਤ ਸਕਦੇ ਹਾਂ, ਕਿਤੇ ਵੀ ਵਰਤ ਸਕਦੇ ਹਾਂ। ਇਸ ਤਰੀਕੇ ਦੀਆਂ ਸਾਡੀਆਂ ਲਗਭਗ 13 ਤਰ੍ਹਾਂ ਦੀਆਂ ਮਸ਼ੀਨਾਂ ਸਾਡੇ ਕੋਲ ਮਸ਼ੀਨਰੀ ਸੇਵਾ ਕੇਂਦਰਾਂ 'ਚ ਮੌਜੂਦ ਆ। ਕਿਸਾਨ ਵੀਰ ਜਿਹੜਾ ਕੋਈ ਵੀ ਕਿਸੇ ਤਰੀਕੇ ਦੀ ਮਸ਼ੀਨਰੀ ਉਹਨਾਂ ਤੋਂ ਜਿਹੜੀ ਵੀ ਉਹਨਾਂ ਦੇ ਏਰੀਆ 'ਚ ਉਪਲਬਧ ਆ ਉਹ ਲੈ ਸਕਦਾ ਜੀ। ਸੱਥ 'ਚ ਗੱਲ ਚੱਲਦੀ ਸੀ, ਹਾਂਜੀ, ਉਹ ਕਹਿੰਦੇ ਵੀ ਖੇਤੀਬਾੜੀ ਮਹਿਕਮੇ ਵਾਲੇ ਆਏ ਸੀ, ਉਹ ਕਹਿੰਦੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ
ਪਰਾਲੀ ਸਾਂਭਣ ਦੇ। ਕੀ ਬਾਤ ਆ। ਮੈਂ ਕਿਹਾ ਅੱਜ ਆਏ ਨੇ ਆਪਾਂ ਇਹਨਾਂ ਨੂੰ ਪੁੱਛ ਲਈਏ ਪੁੱਛੋ ਕੋਈ ਹੋਰ ਉਪਰਾਲਾ ਵੀ ਇਦਾਂ ਦਾ ਹੈਗਾ ਕਿ ਪੈਸੇ ਬਿਲਕੁਲ ਜੀ, ਦੇਣ ਵਾਲਾ। ਹਾਂ ਬਿਲਕੁਲ, ਤੁਸੀਂ ਬੜਾ ਇੱਕ ਵਧੀਆ ਸਵਾਲ ਕੀਤਾ ਜੀ। ਮੈਂ ਜਲੰਧਰ ਜ਼ਿਲ੍ਹੇ ਦੀ ਗੱਲ ਕਰਾਂਗਾ ਕਿਉਂਕਿ ਜਿੱਥੇ ਅਸੀਂ ਸੇਵਾ ਨਿਭਾ ਰਹੇ ਹਾਂ ਮੈਂ, ਉੱਥੇ ਅਸੀਂ ਇੱਕ ਨਵੇਕਲਾ ਉਪਰਾਲਾ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਖੇਤੀਬਾੜੀ ਵਿਭਾਗ ਨੇ ਮਿਲ ਕੇ ਇੱਕ ਗੈਰ ਸਰਕਾਰੀ ਅਦਾਰਾ ਬੈਂਕ ਦੇ ਨਾਲ ਅਸੀਂ ਮਿਲ ਕੇ ਇੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕੀਤੀ ਆ। ਅੱਛਾ। ਅਸੀਂ ਗੱਠਜੋੜ ਕੀਤਾ ਪ੍ਰਾਈਵੇਟ ਅਦਾਰੇ ਨਾਲ। ਅਸੀਂ ਉਹਦੇ ਚ 15 ਪਿੰਡ ਜਿਹੜੇ ਇੱਥੇ ਚੁਣੇ ਆ ਜਲੰਧਰ ਜ਼ਿਲ੍ਹੇ ਦੇ, ਜਿਨ੍ਹਾਂ ਦੇ ਵਿੱਚ ਅਸੀਂ ਜਿਹੜੇ 5 ਏਕੜ ਤੱਕ ਦੇ ਕਿਸਾਨ ਆ, ਛੋਟੇ ਤੇ ਦਰਮਿਆਨੇ ਕਿਸਾਨ ਕਵਰ ਹੋ ਜਾਂਦੇ ਆ। ਜਿੰਨੇ ਵੀ ਕਿਸਾਨ ਹੋਣਗੇ ਇਹਨਾਂ 15 ਪਿੰਡਾਂ 'ਚ, ਉਹਨਾਂ ਨੂੰ ਅਸੀਂ ਜਿੰਨੀ ਉਹਨਾਂ ਦੇ ਉੱਤੇ ਲਾਗਤ ਆਏਗੀ ਉਹਨਾਂ ਦੀ ਬਜਾਈ ਤੇ ਜਾਂ ਪਰਾਲੀ ਦੀ ਸੰਭਾਲ ਤੇ, ਉਹਦਾ 75% ਜਿਹੜਾ ਖਰਚਾ ਉਹ ਅਸੀਂ ਉਹਨਾਂ ਨੂੰ ਨਗਦ ਜਿਹੜਾ ਉਹਨਾਂ ਕੋਲੋਂ ਦਵਾਵਾਂਗੇ। ਅੱਛਾ। ਹਾਂਜੀ, ਗੈਰ ਸਰਕਾਰੀ ਅਦਾਰੇ ਇਹਦੇ 'ਚ ਅਸੀਂ ਪਿੰਡ ਸਿਲੈਕਟ ਕਰ ਲਏ ਆ, ਉਹਨਾਂ ਨਾਲ ਗੱਲ ਮੀਟਿੰਗ ਹੋ ਗਈ ਹੈ ਸਾਡੀ, ਤੇ ਕਿਸਾਨ ਵੀਰਾਂ ਨੇ ਉਹਨਾਂ ਪਿੰਡਾਂ 'ਚ ਬਿਲਕੁਲ ਵੀ ਅੱਗ ਨਹੀਂ ਲਗਾਈ। ਇਹ ਮਾਡਲ ਨੂੰ ਅਸੀਂ ਆਉਣ ਵਾਲੇ ਸਾਲਾਂ 'ਚ ਹੋਰ ਵੀ ਇਹਦਾ ਵਧਾਵਾ ਕਰਾਂਗੇ ਤਾਂ ਕਿ ਵੀ ਵੱਧ ਤੋਂ ਵੱਧ ਪਿੰਡਾਂ ਨੂੰ ਇਹਨਾਂ ਦੇ ਵਿੱਚ ਜਾਗਰੂਕ ਕਰ ਸਕੀਏ। ਇੱਕ ਸ਼ਰਤ ਰੱਖਤੀ ਇਹਨਾਂ ਨੇ, ਹਾਂ ਵੀ ਅੱਗ ਨਹੀਂ ਲਾਉਣੀ। ਫੋਨ ਆ ਗਿਆ ਇੱਕ ਹੋਰ ਸੱਜਣਾ ਦਾ, ਸੁਣ ਲਈ ਗਈ ਜੀ। ਹੈਲੋ ਜੀ। ਹਾਂਜੀ ਜੀ ਮਸ਼ੀਨਰੀ ਬਾਰੇ ਗੱਲ ਕਰਨੀ ਸੀ ਜੀ। ਹਾਂਜੀ ਕਰੋ ਜੀ। ਜੀ ਸਾਨੂੰ ਤਾਂ ਮਤਲਬ ਮਿਲ ਤੇ ਰਹੀ ਮਸ਼ੀਨ, ਨਾ ਕੋਈ ਸੇਵਾ ਕੇਂਦਰ ਤੇ ਨਾ ਹੀ ਮਤਲਬ 5-4 ਪਿੰਡਾਂ 'ਚ। ਅੱਛਾ। ਹਾਂਜੀ, ਤੇ ਹੁਣ ਕੀ ਕਰ ਗਈ ਕਿਹੜੇ ਇਲਾਕੇ ਤੋਂ ਬੋਲਦੇ ਤੁਸੀਂ? ਜ਼ਿਲ੍ਹਾ ਬਠਿੰਡਾ। ਬਠਿੰਡਾ ਜ਼ਿਲ੍ਹੇ ਤੋਂ ਬੋਲਦੇ ਜੀ। ਆਂਦੇ ਆ ਵੀ ਸਾਡੇ ਆਲੇ ਦੁਆਲੇ ਕੋਈ ਹੈ ਨਹੀਂ ਸੇਵਾ। ਨਹੀਂ ਬਿਲਕੁਲ ਜੀ, ਹੁਣ ਮੈਨੂੰ ਪਤਾ ਨਹੀਂ ਵੀ ਕਿਹੜਾ ਪਿੰਡ ਆ ਜਾਂ ਉਹਦੇ ਬਾਰੇ ਬਠਿੰਡੇ ਬਾਰੇ ਬਹੁਤਾ ਨਹੀਂ ਜਾਣਦਾ। ਤੁਸੀਂ ਆਪਣੇ ਬਲਾਕ ਖੇਤੀਬਾੜੀ ਅਫਸਰ ਨਾਲ ਰਾਬਤਾ ਕਾਇਮ ਕਰੋ ਜੀ, ਤੁਹਾਨੂੰ ਮਸ਼ੀਨਾਂ ਉੱਥੋਂ ਮਿਲ ਜਾਣਗੀਆਂ ਜੀ। ਜਿਹੜੀ ਮਸ਼ੀਨ ਚਾਹੀਦੀ ਹੈ ਤੁਹਾਨੂੰ ਉਹ ਤੁਹਾਨੂੰ ਆਪ ਮੁਹੱਈਆ ਕਰਵਾ ਕੇ ਦੇਣਗੇ। ਥੋੜਾ ਜਿਹਾ ਉਪਰਾਲਾ ਕਰੋ, ਇੱਕ ਕਦਮ ਜ਼ਰੂਰ ਪੁੱਟੋ ਦਫ਼ਤਰ ਵੱਲ ਨੂੰ। ਅਜੇ ਦੱਸ ਕੇ ਤਾਂ ਹਟਿਆ। ਵੀ ਜੇ ਆਪਣਾ ਖੋਲਣਾ ਤਾਂ ਵੀ ਉੱਥੇ ਜਾਓ। ਆਈ ਖੇਤ ਐਪ ਵੀ ਡਾਊਨਲੋਡ ਕਰ ਲੈਣ ਇਹ। ਬਿਲਕੁਲ ਜੀ। ਦੂਸਰਾ, ਹਾਂ ਜੀ, ਇਹ ਆਈ ਖੇਤ ਦੀ ਆਪਾਂ ਗੱਲ ਕੀਤੀ ਆ, ਫੋਨ ਤੁਹਾਡੇ ਸਾਰਿਆਂ ਕੋਲ ਮੌਜੂਦ ਆ। ਆਈ ਖੇਤ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਆਪਣਾ ਨਾਂ ਤੇ ਆਪਣਾ ਪਤਾ ਪਾਓ, ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਹਾਡੇ ਏਰੀਆ 'ਚ ਕਿੱਥੇ ਮਸ਼ੀਨਾਂ ਉਪਲਬਧ ਆ। ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ। ਤੇ ਜੇ ਜਾਣਾ ਚਾਹੁੰਦੇ ਹੋ ਤੇ ਬਲਾਕ ਖੇਤੀਬਾੜੀ ਦਫ਼ਤਰ ਚੱਲ ਜਾਓ, ਉੱਥੋਂ ਮਸ਼ੀਨਾਂ ਜ਼ਰੂਰ ਮਿਲ ਜਾਣਗੀਆਂ ਤੁਹਾਨੂੰ। ਬਿਲਕੁਲ ਦੇਖ ਲਓ। ਬਿਲਕੁਲ ਦੇਖੋ, ਇਹਨਾਂ ਨੇ ਤਾਂ ਬਹੁਤ ਵਧੀਆ ਗੱਲ ਕਰਤੀ ਆ। ਅੱਛਾ, ਅੱਜ ਕੱਲ ਪਰਾਲੀ ਨੂੰ ਬੜਾ ਸਾਂਭਣ ਦੇ ਤਰੀਕੇ ਚੱਲ ਰਿਹਾ ਥੋੜਾ ਜਿਹਾ, ਕਿਉਂਕਿ ਵਾਤਾਵਰਨ ਵੀ ਸਾਂਭਣਾ ਆਪਾਂ ਬਹੁਤ ਜ਼ਰੂਰੀ ਆ, ਤੇ ਆਪਾਂ ਅੱਗ ਵੀ ਨਹੀਂ ਲਾਉਣੀ। ਬਿਲਕੁਲ ਜੀ। ਥੋੜਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਜਾਗਰੂਕ ਕਰੋ ਕਿ ਕਿੱਦਾਂ ਉਹ ਇਹਨੂੰ ਮੈਨੇਜ ਕਰਨ, ਕਿਉਂਕਿ ਹਵਾ ਜਿਹਾ ਬਣਿਆ ਪਿਆ। ਬਿਲਕੁਲ ਜੀ। ਮਿੱਠਾ ਸਿੰਘ ਜੀ, ਗੱਲ ਇਹ ਆ ਵੀ ਪਰਾਲੀ ਪਹਿਲਾਂ ਤੇ ਸਾਡੇ ਲਈ ਸਮੱਸਿਆ ਹੁੰਦੀ ਸੀ, ਅੱਜ ਤੋਂ 3-4 ਸਾਲ ਪਹਿਲਾਂ ਜੀ, ਜਦੋਂ ਸਾਡੇ ਕੋਲ ਉਹਦੇ ਬਹੁਤੇ ਤਰੀਕੇ ਨਹੀਂ ਸੀ ਉਹਨਾਂ ਨੂੰ ਸਾਂਭਣ ਦੇ। ਹੁਣ ਤੇ ਸਾਡੇ ਕੋਲ ਮਸ਼ੀਨਰੀ ਇੰਨੀ ਆ ਗਈ ਆ, ਇੰਨੇ ਤਰੀਕੇ ਆ ਗਏ ਆ, ਅਸੀਂ ਉਹਨਾਂ ਨੂੰ ਭਾਵੇਂ ਮਿੱਟੀ 'ਚ ਮਿਲਾ ਕੇ ਉਹਦਾ ਸਾਂਭ ਕਰ ਲਈਏ, ਕਿਉਂਕਿ ਪਰਾਲੀ ਆ ਜਿੱਦਾਂ ਅਸੀਂ ਖਾਦਾਂ ਪਾਈ ਦੀਆਂ ਉਹਦੇ ਜਿਹੜੇ ਸਾਡੇ ਤੱਤ ਹੁੰਦੇ ਆ ਜ਼ਰੂਰੀ, ਉਹ ਪਰਾਲੀ 'ਚ ਵੀ ਹੁੰਦੇ ਆ, ਕੱਲੇ ਦਾਣਿਆਂ 'ਚ ਥੋੜਾ ਹੁੰਦੇ, ਕੱਲੇ ਦਾਣਿਆਂ 'ਚ। ਜਦੋਂ ਅੱਗ ਲਾ ਦਈਦੀ ਉਹ ਸਾਰੀ ਸੋਹਾ ਬਣ ਜਾਂਦੀ ਆ, ਉਹ ਸਾਰੇ ਤੱਤ ਉੱਡ ਜਾਂਦੇ ਆ ਗੈਸਾਂ ਬਣ ਕੇ। ਤੇ ਜੇ ਅਸੀਂ ਮਿੱਟੀ 'ਚ ਮਿਲਾ ਦਈਏ ਤੇ ਸਾਡੀ ਜਿਹੜੀ ਰੂੜੀ ਖਾਦ ਦਾ ਕੰਮ ਉਹ ਦੇ ਜਾਂਦੀ ਹੈ। ਠੀਕ ਹੈ ਜੀ। ਉਹਦੇ ਲਈ ਸੁਪਰ ਸੀਡਰ ਮਸ਼ੀਨਾਂ, ਉਹਦੇ ਲਈ ਸਮਾਰਟ ਸੀਡਰ, ਹੈਪੀ ਸੀਡਰ, ਮਲਚਰ ਪਲਾਓ ਸਾਡੇ ਕੋਲ ਮੌਜੂਦ ਆ। ਉਸ ਤੋਂ ਬਾਅਦ ਆ ਜਾਂਦਾ ਜੀ ਬੇਲਰ ਮਸ਼ੀਨ, ਜਿਹੜੀ ਗੰਢਾ ਬਣਾਉਂਦੀ ਆ। ਹੁਣ ਮੈਂ ਤੁਹਾਡੇ ਦੱਸਣਾ ਚਾਹੁੰਦਾ ਵੀ ਬੇਲਰ ਮਸ਼ੀਨਾਂ ਨਾਲ ਜਿਹੜੀਆਂ ਗੰਢਾਂ ਬਣਦੀਆਂ, ਉਹ ਸਾਡੇ ਇੱਥੇ ਜਲੰਧਰ ਜ਼ਿਲ੍ਹੇ 'ਚ ਇੱਕ ਪਲਾਂਟ ਲੱਗਾ ਹੋਇਆ, ਬੀਰ ਪਿੰਡ ਨਕੋਦਰ ਦੇ ਵਿੱਚ ਪੈਂਦਾ। ਉਹ ਪਰਾਲੀ ਤੋਂ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ। ਵਾਹ। ਤੇ ਮੈਂ ਜਦੋਂ ਪਤਾ ਕੀਤਾ, ਮੈਂ ਕਿਹਾ ਜੀ ਪਤਾ ਲੱਗੇ ਵੀ ਕਿੰਨੀ ਕੁ ਬਿਜਲੀ ਪੈਦਾ ਹੁੰਦੀ ਹੈ ਇੱਕ ਪਰਾਲੀ ਤੋਂ। ਸਾਡੇ 1 ਏਕੜ ਚੋਂ ਸਾਡੇ ਕੋਲ 25 ਤੋਂ 30 ਕੁਇੰਟਲ ਐਵਰੇਜ ਪਰਾਲੀ ਨਿਕਲਦੀ ਹੈ ਜੀ। ਤੇ 1 ਕੁਇੰਟਲ ਪਰਾਲੀ ਤੋਂ 60 ਤੋਂ 70 ਯੂਨਿਟਾਂ ਬਿਜਲੀ ਪੈਦਾ ਹੁੰਦੀ ਹੈ। ਮਤਲਬ ਇਹ ਆ ਆਪਣਾ ਇੰਜੀਨੀਅਰ ਸਾਹਿਬ ਜੀ, ਉਹ ਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ, ਜਹਾਂ ਚਾਹ ਵਹਾਂ ਰਾਹ, ਹੈ ਨਾ, ਵੀ ਜੇ ਅਸੀਂ ਚਾਹੀਏ ਤੇ ਸਭ ਕੁਝ ਕਰ ਸਕਦੇ ਆ। ਜੇ ਨਹੀਂ ਪਤਾ ਲੱਗਦਾ ਤੇ ਆਪਣੇ ਕੋਲ ਮਹਿਕਮੇ ਹੈਗੇ ਆ, ਸਿਆਣੇ ਬੰਦੇ ਤੇ ਆਪਾਂ ਜਾ ਸਕਦੇ ਆ। ਬਿਲਕੁਲ ਗੱਲ ਸਹੀ ਹੈ ਜੀ ਤੁਹਾਡੀ। ਤੇ ਮੌਸਮ ਵਾਲਿਆਂ ਨੇ ਤਾਪਮਾਨ ਭੇਜਿਆ, ਦੱਸ ਦਿਓ ਜੀ, ਹੁਣ ਤਾਂ ਬਿਜਾਈ ਦਾ ਸਮਾਂ ਪਤਾ ਲੱਗ ਜਵੇ। ਲੱਗ ਜੇ। ਤਾਪਮਾਨ ਜਿਹੜਾ ਆ ਜੀ, ਇਹ ਜਲੰਧਰ 'ਚ ਵੱਧ ਤੋਂ ਵੱਧ 27 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 14.8 ਡਿਗਰੀ। ਗੁਰਦਾਸਪੁਰ 'ਚ 30 ਤੇ 16 ਡਿਗਰੀ ਸੈਲਸੀਅਸ। ਰੋਪੜ 'ਚ ਵੱਧ ਤੋਂ ਵੱਧ 30.7 ਤੇ ਘੱਟ ਤੋਂ ਘੱਟ 15.4। ਅੱਛਾ ਜੀ। ਪਟਿਆਲਾ 'ਚ 31.4 ਤੇ 15.5 ਡਿਗਰੀ ਸੈਲਸੀਅਸ। ਅੰਮ੍ਰਿਤਸਰ 'ਚ ਵੱਧ ਤੋਂ ਵੱਧ 30 ਤੇ ਘੱਟ ਤੋਂ ਘੱਟ 18.6 ਡਿਗਰੀ ਸੈਲਸੀਅਸ ਜੀ। ਤੇ ਬਠਿੰਡਾ 'ਚ ਵੱਧ ਤੋਂ ਵੱਧ 34 ਤੇ ਘੱਟ ਤੋਂ ਘੱਟ 15 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਆ।
ਤੇ ਮੌਸਮ ਬਾਰੇ ਇਹਨਾਂ ਨੇ ਖਬਰ ਕੱਲੀ ਆ ਵੀ ਵੈਸੇ ਆਮ ਤੌਰ ਤੇ ਖੁਸ਼ਕ ਆ, ਪਰ ਮੌਸਮ ਦੀ ਕੁਝ ਹਾਲਾਤ ਦੇਖਦੇ ਹੋਏ ਆਂਦੇ ਆ ਵੀ ਕੁਝ ਥਾਵਾਂ ਤੇ ਛਿੱਟੇ ਪੈਣ ਦੀ ਸੰਭਾਵਨਾ ਹੈ ਅਗਲੇ 24 ਘੰਟਿਆਂ ਦੇ ਵਿੱਚ ਵੀ। ਮਤਲਬ ਵਿਚਾਰ ਕੇ ਆਪਾਂ ਬੀਜੀਏ ਹਾਂ ਕਣਕ। ਬਿਲਕੁਲ ਮੌਸਮ ਤੇ ਮਨਸਰ ਹੈ ਜੀ 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 ਜੀ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਜੇ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਤੇ ਸਾਨੂੰ ਟੈਲੀਫੋਨ ਕਰ ਸਕਦੇ ਹੋ, ਜਿਵੇਂ ਕਰਦੇ ਹੋ ਸਾਨੂੰ ਟੈਲੀਫੋਨ ਤੁਸੀਂ ਜਦੋਂ ਸਾਡੇ ਮਾਹਰ ਆਉਂਦੇ ਨੇ। ਇਸ ਤਰ੍ਹਾਂ ਸਾਨੂੰ ਖਤ ਲਿਖ ਸਕਦੇ ਹੋ ਜਾਂ ਫਿਰ ਸਾਨੂੰ ਈਮੇਲ ਵੀ ਕਰ ਸਕਦੇ ਹੋ। ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ, ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ, ਥੋੜਾ ਜਿਹਾ ਧਿਆਨ ਰੱਖੋ, ਵਾਤਾਵਰਨ ਨੂੰ ਸੰਭਾਲੋ। ਵਿਜੀਲੈਂਸ ਹਫਤਾ ਚੱਲਦਾ, ਜੇ ਤੁਹਾਡੇ ਲਾਗੇ ਤਾਗੇ ਕੋਈ ਠੱਗੀ ਮਾਰਦਾ ਨਾ ਇਦਾਂ ਦੀ, ਤੇ ਜ਼ਰੂਰ ਉਹਦੀ ਇਤਲਾਹ ਜਿਹੜੀ ਆ ਕਰੋ ਮਹਿਕਮੇ ਵਾਲਿਆਂ ਨੂੰ। ਇਦਾਂ ਦੇ ਬੰਦੇ ਫੜੇ ਜਾਣੇ ਚਾਹੀਦੇ ਆ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਹੁਣ ਸਾਨੂੰ ਇਜਾਜ਼ਤ ਦਿਓ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ। ਜੈ ਹਿੰਦ ਜੈ ਜੀ, ਹਿੰਦ ਜੈ ਹਿੰਦ। ਜੈ ਹਿੰਦ।